ਅੱਖਰ ਸੌਫਟਵੇਅਰ ਜਦੋਂ ਅਸੀਂ ਖੋਲ੍ਹਦੇ ਹਾਂ, ਇਹਦੀ ਸਕਰੀਨ ਮਾਈਕਰੋਸਾਫਟ ਵਰਡ ਦੀ ਤਰ੍ਹਾਂ ਨਜ਼ਰ ਆਉਂਦੀ ਹੈ, ਪਰ ਜਦੋਂ ਅਸੀਂ ਪੰਜਾਬੀ ਦੇ ਵਿੱਚ ਜਾਂ ਖੇਤਰੀ ਜ਼ੁਬਾਨਾਂ ਦੇ ਵਿੱਚ ਕੰਮ ਕਰਨਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਹੋਮ ਇਨਸਰਟ ਪੇਜ ਲੇਆਊਟ ਔਰ ਮੇਲਿੰਗ ਤੋਂ ਬਾਅਦ ਸਾਡੇ ਕੋਲ ਇੱਕ ਆਪਸ਼ਨ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ, ਜਿਹਦਾ ਨਾਮ ਹੈ ਲੈਂਗੁਏਜ ਟੂਲ। ਸੋ ਲੈਂਗੁਏਜ ਟੂਲ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਜਾਣਾ ਹੈ ਔਰ ਉਹਦੇ ਬਿਲਕੁਲ ਖੱਬੇ ਹੱਥ ਟਾਈਪਿੰਗ ਪੈਡ ਹੈ। ਟਾਈਪਿੰਗ ਪੈਡ ਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ। ਸਾਡੇ ਕੋਲ ਉੱਪਰਲੇ ਪਾਸੇ ਸਕ੍ਰਿਪਟ ਲਿਖਿਆ ਹੈ, ਹੇਠਲੇ ਪਾਸੇ ਕੀਬੋਰਡ ਲੇਆਊਟ ਲਿਖਿਆ ਹੈ। ਸਕ੍ਰਿਪਟ ਸਾਡੇ ਕੋਲ 4 ਨੇ, ਗੁਰਮੁਖੀ ਹੈ, ਸ਼ਾਹਮੁਖੀ ਹੈ, ਇੰਗਲਿਸ਼ ਹੈ, ਹਿੰਦੀ ਹੈ। ਸਾਡੇ ਕੋਲੇ 4 ਸਕ੍ਰਿਪਟ ਨੇ ਔਰ ਚਾਰਾਂ ਸਕ੍ਰਿਪਟਸ ਦਾ ਇੱਕ ਵਾਰੀ ਅਸੀਂ ਕੀਬੋਰਡ ਲੇਆਊਟ ਸੈੱਟ ਕਰ ਲਾਂਗੇ। ਪਹਿਲਾਂ ਅਸੀਂ ਗੁਰਮੁਖੀ ਭਾਸ਼ਾ ਦੇ ਵਿੱਚ ਕੰਮ ਕਰਨਾ ਹੈ ਤੇ ਗੁਰਮੁਖੀ ਦਾ ਕੀਬੋਰਡ ਸਿਲੈਕਟ ਕਰਾਂਗੇ। ਸਕ੍ਰਿਪਟ ਦੇ ਉੱਤੇ ਕਲਿੱਕ ਕੀਤਾ। ਦੂਸਰਾ ਸਾਡੇ ਕੋਲ ਕੀਬੋਰਡ ਹੈ। ਤੁਸੀਂ ਦੇਖੋ ਕਿ ਕੀਬੋਰਡ ਵਾਲੇ ਖਾਨੇ ਦੇ ਵਿੱਚ 11 12 ਘੱਟੋ ਘੱਟ ਸਾਡੇ ਕੋਲੇ ਕੀਬੋਰਡ ਲੇਆਊਟ ਨੇ। ਕੀਬੋਰਡ ਲੇਆਊਟ ਦਾ ਮਤਲਬ ਹੈ ਕਿ ਇਹ ਸਾਰੇ ਟਾਈਪਿੰਗ ਸਟਾਈਲ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਅੱਖਰ ਦੇ ਵਿੱਚ ਯੂਨੀਕੋਡ ਦੇ ਵਿੱਚ ਟਾਈਪ ਕਰ ਸਕਦੇ ਹੋ। ਠੀਕ ਹੈ ਜੀ। ਸੋ ਜੇ ਕੋਈ ਵਿਅਕਤੀ ਅਨਮੋਲ ਲਿਪੀ ਦੇ ਵਿੱਚ ਟਾਈਪ ਕਰਦਾ ਸੀ ਤਾਂ ਉਹ ਇੱਥੋਂ ਅਨਮੋਲ ਲਿਪੀ ਕੀਬੋਰਡ ਸਿਲੈਕਟ ਕਰ ਲੇਗਾ। ਜੇ ਕੋਈ ਅਸੀਸ ਦੇ ਵਿੱਚ ਟਾਈਪ ਕਰਦਾ ਸੀ ਤਾਂ ਅਸੀਸ ਟਾਈਪ ਕਰ ਲੇਗਾ, ਸਿਲੈਕਟ ਕਰ ਲੇਗਾ। ਪਰ ਇੱਥੇ ਤੁਹਾਨੂੰ ਸਲਾਹ ਇਹੀ ਦਿੱਤੀ ਜਾਂਦੀ ਹੈ ਕਿ ਅਸੀਂ ਇਨਸਕ੍ਰਿਪਟ ਕੀਬੋਰਡ ਹੀ ਹਮੇਸ਼ਾ ਚੁਣਨਾ ਹੈ, ਕਿਉਂਕਿ ਇਨਸਕ੍ਰਿਪਟ ਦੇ ਔਰ ਯੂਨੀਕੋਡ ਦੇ ਫਾਇਦਿਆਂ ਦੇ ਬਾਰੇ ਅਸੀਂ ਜਾਣ ਚੁੱਕੇ ਹਾਂ ਕਿ ਕਿਸ ਤਰੀਕੇ ਦੇ ਨਾਲ ਅਸੀਂ ਯੂਨੀਕੋਡ ਦੇ ਵਿੱਚ ਇਨਸਕ੍ਰਿਪਟ ਦੇ ਵਿੱਚ ਕੰਮ ਕਰਕੇ ਅਸੀਂ ਆਪਣਾ ਕੰਮ ਵਧੀਆ ਕਰ ਸਕਦੇ ਹਾਂ, ਨੌਕਰੀਆਂ ਪ੍ਰਾਪਤ ਕਰ ਸਕਦੇ ਹਾਂ। ਸੋ ਇਹਨਾਂ ਦੇ ਵਿੱਚੋਂ ਕੁਝ ਵੀ ਹੋਰ ਕੀਬੋਰਡ ਚੁਣਨ ਦੀ ਇੱਥੇ ਸਲਾਹ ਨਹੀਂ ਦੇਵਾਂਗਾ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਇਨਸਕ੍ਰਿਪਟ ਕੀਬੋਰਡ ਅੱਖਰ ਦੇ ਵਿੱਚ ਹੈ, ਇਹ ਸੋਧਿਆ ਹੋਇਆ ਇਨਸਕ੍ਰਿਪਟ ਕੀਬੋਰਡ ਹੈ। ਕੁਝ ਡੈਡ ਕੀਜ਼ ਸੀਗੀਆਂ ਜਿਹੜੀਆਂ ਇਨਸਕ੍ਰਿਪਟ ਕੀਬੋਰਡ ਦੇ ਉੱਤੇ ਬਟਨ ਖਾਲੀ ਸੀਗੇ, ਉਹਨਾਂ ਨੂੰ ਭਰਿਆ ਗਿਆ ਹੈ। ਸੋ ਇਹ ਸਟੈਂਡਰਡ ਕੀਬੋਰਡ ਨਹੀਂ ਹੈ, ਯਾਨੀ ਕਿ ਜੋ ਮਾਈਕਰੋਸਾਫਟ ਨੇ ਮੁਹੱਈਆ ਕਰਵਾਇਆ ਹੈ ਉਹ ਕੀਬੋਰਡ ਨਹੀਂ ਹੈ। ਸੋ ਇਸ ਕਰਕੇ ਇਨਸਕ੍ਰਿਪਟ ਦੀ ਜੇ ਵਰਤੋਂ ਕਰਨੀ ਹੈ ਤਾਂ ਥੱਲੋਂ ਲੈਂਗੁਏਜ ਬਾਰ ਤੋਂ ਹੀ ਕਰਨੀ ਹੈ, ਜਿੱਥੇ ਇੰਗਲਿਸ਼ ਲਿਖਿਆ ਹੋਇਆ ਹੈ ਇਹ ਵਾਲਾ ਕੀਬੋਰਡ ਹੀ ਵਰਤਣਾ ਹੈ। ਸੋ ਜੇ ਕੋਈ ਅਨਮੋਲ ਲਿਪੀ ਦੇ ਵਿੱਚ ਟਾਈਪ ਕਰਦਾ ਸੀ, ਇਹਦੀ ਜਾਨੀ ਕਿ ਅਸੀਂ ਯੂਨੀਵਰਸਿਟੀ ਵੱਲੋਂ ਇਹਨੂੰ ਵਰਤਣ ਦੀ ਸਲਾਹ ਨਹੀਂ ਦਿੰਦੇ। ਫਿਰ ਵੀ ਜੇ ਕੋਈ ਅਨਮੋਲ ਲਿਪੀ ਦੇ ਵਿੱਚ ਟਾਈਪ ਕਰਦਾ ਸੀ ਤਾਂ ਸੈਟਿੰਗ ਕਰਕੇ ਇੱਥੇ ਜਦੋਂ ਉਹ ਟਾਈਪ ਕਰੇਗਾ ਤਾਂ ਯੂਨੀਕੋਡ ਦੇ ਵਿੱਚ ਸਾਨੂੰ ਜਿਹੜਾ ਹੈ ਸਾਰੇ ਅੱਖਰ ਉਹ ਟਾਈਪ ਹੁੰਦੇ ਨਜ਼ਰ ਆਉਣਗੇ। ਸੋ ਇਸੇ ਤਰ੍ਹਾਂ ਹਿੰਦੀ ਦੀ ਵੀ ਸੈਟਿੰਗ ਕਰ ਸਕਦੇ ਹੋ। ਤੁਸੀਂ ਸਕ੍ਰਿਪਟ ਦੇ ਵਿੱਚ ਗਏ, ਹਿੰਦੀ ਵਿੱਚ ਟਾਈਪ ਕਰਨਾ ਹੈ। ਹਿੰਦੀ ਦੇ ਕਈ ਕੀਬੋਰਡ ਲੇਆਊਟ ਇੱਥੇ ਉਪਲਬਧ ਨੇ। ਜੇ ਕੋਈ ਪਹਿਲਾਂ ਚਾਣਕਿਆ ਦੇ ਵਿੱਚ ਕੰਮ ਕਰਦਾ ਸੀ, ਕ੍ਰਿਸ਼ਨਾ ਵਿੱਚ, ਕਰੂਤੀ ਦੇਵ ਵਿੱਚ, ਤਾਂ ਉਹ ਇੱਥੋਂ ਉਹਦੀ ਚੋਣ ਕਰ ਸਕਦਾ ਹੈ। ਪਰ ਇੱਥੇ ਵੀ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਇਨਸਕ੍ਰਿਪਟ ਕੀਬੋਰਡ ਦੀ ਹੀ ਵਰਤੋਂ ਕਰਨੀ ਹੈ, ਕਿਉਂਕਿ ਉਹ ਸਟੈਂਡਰਡ ਕੀਬੋਰਡ ਲੇਆਊਟ ਹੈ। ਸੋ ਇਹ ਤਾਂ ਸੀਗਾ ਸਾਡੇ ਕੋਲ ਟਾਈਪਿੰਗ ਪੈਡ, ਯਾਨੀ ਕਿ ਇੱਕ ਵਾਰ ਅਸੀਂ ਸਿਲੈਕਟ ਕਰ ਲੈਣਾ ਹੈ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦੇ ਲਈ ਵੱਖਰਾ ਵੱਖਰਾ ਕੀਬੋਰਡ ਅਸੀਂ ਸਿਲੈਕਟ ਕਰ ਲੈਣਾ ਹੈ। ਉਸ ਤੋਂ ਬਾਅਦ ਅਸੀਂ ਕੀਬੋਰਡ ਸ਼ਾਰਟਕਟ ਜਿਹੜੇ ਨੇ ਉਹ ਯਾਦ ਰੱਖਣੇ ਨੇ, ਜਿਹਦੇ ਵਿੱਚ ਸਾਡੇ ਕੋਲੇ ਆਲਟ ਕੰਟਰੋਲ ਪਲੱਸ ਜੇ ਈ ਪਾਵਾਂਗੇ ਤਾਂ ਇੰਗਲਿਸ਼ ਲੈਂਗੁਏਜ ਟਾਈਪ ਹੋਣੀ ਸ਼ੁਰੂ ਹੋ ਜਾਏਗੀ। ਯਾਨੀ ਕਿ ਤੁਸੀਂ ਜੇ ਕਈ ਭਾਸ਼ਾਵਾਂ ਦੇ ਵਿੱਚ ਕੰਮ ਕਰਨਾ ਹੈ ਤਾਂ ਤੁਹਾਨੂੰ ਇਹ 3 ਕੀਬੋਰਡ ਸ਼ਾਰਟਕਟ ਜਿਹੜੇ ਨੇ ਉਹ ਯਾਦ ਰੱਖਣੇ ਪੈਣਗੇ, ਨਹੀਂ ਤਾਂ ਵਾਰ-ਵਾਰ ਤੁਹਾਨੂੰ ਇੱਥੇ ਜਾਣਾ ਪਊਗਾ। ਸੋ ਮਾਊਸ ਨਾਲ ਵਾਰ-ਵਾਰ ਚੇਂਜ ਕਰਨ ਦੀ ਬਜਾਏ ਤੁਸੀਂ 4 ਲਿਪੀਆਂ ਦੇ ਲਈ ਵੱਖਰੇ ਵੱਖਰੇ ਕੀਬੋਰਡ ਜਿਹੜੇ ਨੇ ਉਹ ਸਿਲੈਕਟ ਕਰ ਸਕਦੇ ਹੋ, ਉਹਨਾਂ ਨੂੰ ਯਾਦ ਰੱਖ ਸਕਦੇ ਹੋ। ਦੇਖੋ, ਸਭ ਤੋਂ ਪਹਿਲਾਂ ਆਲਟ ਕੰਟਰੋਲ ਤੇ ਈ ਇਕੱਠੇ ਬਟਨ ਦੱਬੋਗੇ ਤਾਂ ਅੰਗਰੇਜ਼ੀ ਟਾਈਪ ਹੋਣੀ ਸ਼ੁਰੂ ਹੋ ਜਾਏਗੀ। ਜੇ ਆਲਟ ਕੰਟਰੋਲ ਐਸ ਦੱਬੋਗੇ ਤਾਂ ਸ਼ਾਹਮੁਖੀ ਟਾਈਪ ਹੋਏਗੀ। ਜੇ ਜੀ ਦੱਬੋਗੇ ਤਾਂ ਗੁਰਮੁਖੀ ਟਾਈਪ ਹੋਏਗੀ। ਐਚ ਦੱਬਣ ਦੇ ਨਾਲ ਹਿੰਦੀ ਟਾਈਪ ਹੋਏਗੀ। ਸੋ ਇਹ ਕੀਬੋਰਡ ਸ਼ਾਰਟਕਟ ਪਹਿਲੇ ਨੰਬਰ ਤੇ ਅਸੀਂ ਯਾਦ ਰੱਖਣੇ ਨੇ। ਇਹ ਸੀਗੀ ਟਾਈਪਿੰਗ ਪੈਡ। ਇਹਦੇ ਵਿੱਚ ਇੱਕ ਬੜੀ ਹੀ ਜਿਹੜੀ ਦਮਦਾਰ ਸੁਵਿਧਾ ਹੈ ਉਹ ਰੋਮਨਾਈਜ਼ਡ ਟਾਈਪਿੰਗ ਹੈ। ਰੋਮਨਾਈਜ਼ਡ ਟਾਈਪਿੰਗ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਰੋਮਨ ਅੱਖਰਾਂ ਦੇ ਵਿੱਚ ਅਸੀਂ ਲਿਖਦੇ ਹਾਂ ਔਰ ਨਾਲ ਨਾਲ ਉਹਦੀ ਸਾਡੇ ਕੋਲੇ
ਪੰਜਾਬੀ ਗੁਰਮੁਖੀ ਬਣਦੀ ਜਾਂਦੀ। ਉਹਦੇ ਲਈ ਸਕ੍ਰਿਪਟ ਗੁਰਮੁਖੀ ਚੂਜ਼ ਕਰਨਾ ਹੈ ਔਰ ਕੀਬੋਰਡ ਦੇ ਉੱਤੇ ਜਾ ਕੇ ਬਿਲਕੁਲ ਅਖੀਰ ਦੇ ਵਿੱਚ ਰੋਮਨਾਈਜ਼ ਟਾਈਪਿੰਗ ਤੁਹਾਨੂੰ ਨਜ਼ਰ ਆਏਗਾ। ਇੱਥੇ ਤੁਸੀਂ ਕੋਈ ਵੀ ਰੋਮਨ ਦੇ ਵਿੱਚ ਜਦੋਂ ਸ਼ਬਦ ਲਿਖੋਗੇ ਤਾਂ ਤੁਹਾਡੀ ਗੁਰਮੁਖੀ ਲਿਪੀ ਬਣਦੀ ਜਾਏਗੀ। ਜਿਵੇਂ MAIN ਮੈਂ ਟਾਈਪ ਕੀਤਾ, MAIN, ਮੈਂ ਕੰਪਿਊਟਰ ਦੀ DEE ਦੀ ਵਰਕਸ਼ਾਪ ਲਾ LA ਲਾ ਜਾਂ ਲਗਾ ਲਿਖਣਾ ਤੇ LGA ਲਗਾ, RIHA ਰਿਹਾ, HAN ਹਾਂ, ਔਰ ਨਾਲ ਦੀ ਨਾਲ ਫੁੱਲ ਸਟਾਪ ਦੱਬ ਦਿਓਗੇ ਤਾਂ ਡੰਡੀ ਪੈ ਜਾਏਗੀ। ਸੋ ਦੁਨੀਆ ਦੇ ਸਭ ਤੋਂ ਜ਼ਿਆਦਾ ਲੋਕ ਰੋਮਨ ਤਰੀਕੇ ਦੇ ਰਾਹੀਂ ਪੰਜਾਬੀ ਟਾਈਪ ਕਰਦੇ ਨੇ, ਪਰ ਇਹ ਤਕਨੀਕੀ ਤੌਰ ਤੇ ਠੀਕ ਨਹੀਂ ਹੈ, ਕਿਉਂਕਿ ਜੇ ਅਸੀਂ ਆਪਣੀ ਭਾਸ਼ਾ ਨੂੰ ਪਿਆਰ ਕਰਦੇ ਹਾਂ ਤਾਂ ਸਾਨੂੰ ਆਪਣੀ ਭਾਸ਼ਾ ਦੀ ਲਿਪੀ ਦੇ ਵਿੱਚ ਸਿੱਧਾ ਕੀਬੋਰਡ ਤੋਂ ਲਿਖਣਾ ਆਉਣਾ ਚਾਹੀਦਾ ਹੈ। ਕਿਉਂਕਿ ਜਿਹੜੇ ਟਰਾਂਸਲੇਸ਼ਨ ਦੇ ਲਈ ਟਰਾਂਸਲਿਟਰੇਸ਼ਨ ਦੇ ਲਈ ਜਿਹੜਾ ਇਹ ਸੌਫਟਵੇਅਰ ਹੈ, ਜਿਹੜਾ ਰੋਮਨ ਅੱਖਰਾਂ ਨੂੰ ਗੁਰਮੁਖੀ ਦੇ ਵਿੱਚ ਬਦਲਦਾ ਹੈ, ਇਹਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੋ ਸਕਦੀਆਂ ਨੇ। ਸਾਰੇ ਸ਼ਬਦਾਂ ਦਾ ਸਹੀ ਕੰਬੀਨੇਸ਼ਨ ਨਹੀਂ ਬਣਾਏਗਾ ਇਹ। ਉਸ ਕਰਕੇ ਇਹਦਾ ਇਸਤੇਮਾਲ ਸਿਰਫ ਉਹ ਲੋਕ ਹੀ ਕਰਨ ਜਿਨ੍ਹਾਂ ਦੀ ਸੈਕੰਡ ਲੈਂਗੁਏਜ ਹੈ ਪੰਜਾਬੀ, ਜਿਹੜੀ ਹੈ ਉਹ ਉਹਨਾਂ ਦੀ ਮਾਤ ਭਾਸ਼ਾ ਨਹੀਂ ਹੈ, ਜਿਨ੍ਹਾਂ ਨੂੰ ਲਿਪੀ ਦਾ ਗਿਆਨ ਨਹੀਂ ਹੈ, ਉਹ ਵਿਅਕਤੀ ਹੀ ਇਹਦੀ ਵਰਤੋਂ ਕਰਨ। ਸੋ ਸਾਨੂੰ ਜਿਹੜੀ ਵਰਤੋਂ ਕਰਨੀ ਚਾਹੀਦੀ ਉਹ ਇਨਸਕ੍ਰਿਪਟ ਦੀ ਹੀ ਕਰਨੀ ਚਾਹੀਦੀ ਹੈ। ਇਸ ਰੋਮਨਾਈਜ਼ ਟਾਈਪਿੰਗ ਦੀ ਕਾਢ ਸਭ ਤੋਂ ਪਹਿਲਾਂ ਜਿਹੜਾ ਹੈ ਗੂਗਲ ਨੇ ਕੀਤੀ ਸੀ। ਉਸ ਤੋਂ ਬਾਅਦ ਅੱਖਰ ਸੌਫਟਵੇਅਰ ਦੇ ਵਿੱਚ ਇਹਨੂੰ ਅਪਣਾਇਆ ਗਿਆ, ਪਰ ਹੁਣ ਤੱਕ ਦਾ ਸਭ ਤੋਂ ਜਿਹੜਾ ਸ਼ਕਤੀਸ਼ਾਲੀ ਜਿਹੜਾ ਸਿਸਟਮ ਹੈ ਰੋਮਨਾਈਜ਼ਡ, ਉਹ ਅੱਖਰ ਦੇ ਵਿੱਚ ਹੀ ਹੈ, ਕਿਉਂਕਿ ਇਹਦੇ ਵਿੱਚ ਬਿੰਦੀਆਂ ਲਗਾ ਮਾਤਰਾਵਾਂ ਦਾ ਜਿਹੜਾ ਹਿਸਾਬ ਹੈ ਅੱਖਰ ਖੁਦ ਰੱਖ ਲੈਂਦਾ ਹੈ। ਜਿਸ ਤਰੀਕੇ ਮੈਂ ਇੱਥੇ ਟਾਈਪ ਕਰਦਾ ਜਫਰ, JFR, ਤੋਂ ਜੱਜੇ ਪੈਰ ਬਿੰਦੀ ਆਪਣੇ ਆਪ ਉਸਨੇ ਸੁਜੈਸਟ ਕਰ ਦਿੱਤੀ, ਸਾਨੂੰ Z ਪਾਉਣ ਦੀ ਲੋੜ ਨਹੀਂ ਪਈ। ਮੈਂ ਲਿਖਿਆ KHAT ਖੱਤ, ਤੋਂ ਖੱਖੇ ਪੈਰ ਵੀ ਬਿੰਦੀ ਆਪਣੇ ਆਪ ਆ ਗਈ। ਸੋ ਇੱਥੇ ਅਸੀਂ ਸਿਰਫ ਸਪੇਸ ਦੱਬਣਾ ਹੈ ਤੇ ਉੱਪਰ ਤੁਸੀਂ ਦੇਖ ਰਹੇ ਹੋ ਪਹਿਲੇ ਨੰਬਰ ਵਾਲੀ ਆਪਸ਼ਨ ਆਪਣੇ ਆਪ ਸਿਲੈਕਟ ਹੋ ਜਾਏਗੀ। ਮੈਂ ਦੁਬਾਰਾ ਫਿਰ KHAT ਪਾਇਆ। ਮੰਨ ਲਵੋ ਇੱਥੇ ਤੁਸੀਂ ਖੱਟ ਪਾਉਣਾ ਚਾਹੁੰਦੇ ਹੋ 2 ਨੰਬਰ ਵਾਲਾ, ਤਾਂ ਇਹਦਾ ਮਤਲਬ ਸਾਡੇ ਸਪੈਲਿੰਗ ਤਾਂ ਗਲਤ ਹੋ ਗਏ, ਪਰ ਆਪਸ਼ਨ ਦੇ ਵਿੱਚ ਦੂਜੇ ਨੰਬਰ ਤੇ ਆ ਰਹੇ ਨੇ। ਜੇ ਤੁਸੀਂ ਇੱਥੇ ਸਪੇਸ ਦੱਬੋਗੇ ਤਾਂ ਪਹਿਲੇ ਨੰਬਰ ਵਾਲੇ ਹੀ ਟਾਈਪ ਹੋਣਗੇ, ਪਰ ਜੇ ਤੁਸੀਂ ਸ਼ਬਦ ਖੱਟ ਪਾਉਣਾ ਚਾਹੁੰਦੇ ਹੋ ਦੂਜੇ ਨੰਬਰ ਵਾਲਾ ਤਾਂ ਇਹਨੂੰ ਮਾਊਸ ਨਾਲ ਵੀ ਸਿਲੈਕਟ ਕਰ ਸਕਦੇ ਹੋ, ਜਾਂ ਜਿੱਥੇ ਵੀ ਤੁਹਾਡਾ ਕਰਸਰ ਹੈ ਉੱਥੇ 2 ਨੰਬਰ ਟਾਈਪ ਕਰ ਦਿਓ, ਆਪਣੇ ਆਪ ਖੱਟ ਟਾਈਪ ਹੋ ਜਾਏਗਾ। ਸੋ ਇਹ ਸੀਗਾ ਰੋਮਨਾਈਜ਼ ਤਰੀਕੇ ਦੇ ਵਿੱਚ ਟਾਈਪ ਕਰਨ ਦਾ ਤਰੀਕਾ। ਅੱਗੇ ਅਸੀਂ ਗੱਲ ਕਰਦੇ ਹਾਂ ਫੌਂਟ ਕਨਵਰਟਰ ਦੀ। ਇਹਦੇ ਲਈ ਮੈਂ ਤੁਹਾਨੂੰ ਸਿੱਧਾ ਵਰਡ ਦੀ ਸਕਰੀਨ ਦੇ ਉੱਤੇ ਲੈ ਕੇ ਜਾਣਾ। ਮਾਈਕਰੋਸਾਫਟ ਵਰਡ ਦੇ ਵਿੱਚ ਜਾ ਕੇ ਤੁਹਾਨੂੰ ਮੈਂ ਇੱਕ ਸਕਰੀਨ ਦਿਖਾਉਣ ਚੱਲਿਆ, ਜਿਹੜੀ ਇੱਕ ਫਾਈਲ ਦਿਖਾਉਣ ਲੈ ਕੇ ਚੱਲਿਆ। ਇਸ ਫਾਈਲ ਨੂੰ ਧਿਆਨ ਦੇ ਨਾਲ ਦੇਖੋ। ਇਹਦੇ ਵਿੱਚ ਮੈਂ ਪੁਰਾਣੇ ਫੌਂਟ ਯਾਨੀ ਕਿ ਅਨਮੋਲ ਲਿਪੀ ਦੇ ਵਿੱਚ ਜਿਹੜਾ ਅਨਮੋਲ ਲਿਪੀ ਦੇ ਵਿੱਚ ਮੈਂ ਕੁਝ ਪੰਕਤੀਆਂ ਜਿਹੜੀਆਂ ਨੇ ਟਾਈਪ ਕੀਤੀਆਂ ਨੇ, ਜਿਹੜਾ ਕਿ ਫੌਂਟ ਪੁਰਾਣਾ ਫੌਂਟ ਹੈ। ਜਿਸ ਫੌਂਟ ਦੇ ਵਿੱਚ ਟਾਈਪ ਕਰੀਏ ਤੇ ਆਪਾਂ ਕਹਿੰਦੇ ਆ ਕਿ ਇਹ ਗੈਰ ਮਿਆਰੀ ਹੈ, ਇਹ ਸਟੈਂਡਰਡ ਨਹੀਂ ਹੈ। ਮੈਂ ਇਹਦੇ ਵਿੱਚ ਜਦੋਂ ਟਾਈਪ ਕੀਤਾ ਤਾਂ ਕੀ ਹੋਇਆ, ਮੇਰੇ ਕੋਲ ਇੱਥੇ ਕੰਪਿਊਟਰ ਦੇ ਵਿੱਚ ਤਾਂ ਸਹੀ ਟਾਈਪ ਹੋ ਗਿਆ, ਪਰ ਜਦੋਂ ਇਹ ਦੂਸਰੇ ਕੰਪਿਊਟਰ ਦੇ ਉੱਤੇ ਜਾ ਕੇ ਖੁੱਲ੍ਹੇਗਾ ਤਾਂ ਮੈਨੂੰ ਇਸ ਤਰ੍ਹਾਂ ਅੰਗਰੇਜ਼ੀ ਦੇ ਅੱਖਰ ਨਜ਼ਰ ਆਉਣਗੇ, ਬਿਲਕੁਲ ਇਸ ਤਰ੍ਹਾਂ। ਸੋ ਇਸ ਤਰ੍ਹਾਂ ਦੀ ਕਈ ਵਾਰ ਸਥਿਤੀ ਤੁਹਾਡੇ ਕੋਲ ਵੀ ਬਣ ਜਾਂਦੀ ਹੈ। ਕਈ ਵਾਰੀ ਬਾਹਰੋਂ ਈਮੇਲ ਆਉਂਦੀ ਹੈ, ਪੈਨ ਡਰਾਈਵ ਦੇ ਵਿੱਚ ਡਾਟਾ ਆਉਂਦਾ ਹੈ, CD ਦੇ ਵਿੱਚ ਆਉਂਦਾ ਹੈ, ਅਗਲਾ ਕਹਿੰਦਾ ਹੈ ਕਿ ਮੈਂ ਪੰਜਾਬੀ 'ਚ ਲਿਖ ਕੇ ਭੇਜਿਆ, ਪਰ ਤੁਹਾਨੂੰ ਇਸ ਤਰ੍ਹਾਂ ਰੋਮਨ ਦੇ ਅੱਖਰ, ਅੰਗਰੇਜ਼ੀ ਦੇ ਅੱਖਰ ਨਜ਼ਰ ਆਉਂਦੇ ਨੇ। ਸੋ ਇਸ ਸਥਿਤੀ ਦੇ ਵਿੱਚ ਤੁਸੀਂ ਸਿੰਪਲੀ ਇਸ ਫਾਈਲ ਨੂੰ ਇੱਥੋਂ ਸੇਵ ਕਰ ਲੈਣਾ, ਔਰ ਸੇਵ ਕਰਕੇ ਕਿਸੇ ਜਗ੍ਹਾ ਦੇ ਉੱਤੇ ਇਹਨੂੰ ਸਟੋਰ ਕਰ ਲਓ, ਔਰ ਉਸੇ ਸੇਮ ਫਾਈਲ ਨੂੰ ਅੱਖਰ ਦੇ ਵਿੱਚ ਓਪਨ ਕਰੋ। ਔਰ ਯਾਦ ਰੱਖਣਾ ਹੈ ਕਿ ਅੱਖਰ ਤੇ MS ਵਰਡ ਜਿਹੜੀਆਂ ਫਾਈਲਾਂ ਬਣਾਉਂਦੇ ਨੇ ਉਹ ਸੇਮ ਟਾਈਪ ਦੀਆਂ ਡਾਕੂਮੈਂਟ ਫਾਈਲਾਂ ਬਣਾਉਂਦੇ ਨੇ। ਤੁਸੀਂ ਅੱਖਰ ਦੇ ਵਿੱਚ ਫਾਈਲ ਟਾਈਪ ਕੀਤੀ ਹੋਈ ਨੂੰ ਵਰਡ ਵਿੱਚ ਖੋਲ ਸਕਦੇ ਹੋ, ਵਰਡ ਦੇ ਵਿੱਚ ਟਾਈਪ ਕੀਤੀ ਹੋਈ ਫਾਈਲ ਨੂੰ ਅੱਖਰ ਦੇ ਵਿੱਚ ਖੋਲ ਸਕਦੇ ਹੋ। ਸੋ ਫਾਈਲ ਫਾਰਮੈਟ ਦੇ ਨਾਲ ਸੰਬੰਧਿਤ ਕੋਈ ਸਮੱਸਿਆ ਨਹੀਂ ਹੈ। ਜੇ ਤੁਸੀਂ ਇਹ ਕੋਈ ਪੱਤਰ ਤੁਹਾਡੇ ਕੋਲ ਆਇਆ ਜਿਹਦਾ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕਿਹੜਾ ਫੌਂਟ ਹੈ, ਸੋ ਇਸ ਗੱਲ ਦੇ ਲਈ ਤਾਂ ਬਿਲਕੁਲ ਕਲੀਅਰ ਹੈ ਕਿ ਅਸੀਂ
ਇਸ ਚੀਜ਼ ਨੂੰ ਤਾਂ ਜਾਣ ਚੁੱਕੇ ਹਾਂ ਕਿ ਇਹ ਜਿਹੜਾ ਫਾਊਂਟ ਹੈ ਨਾਨ ਸਟੈਂਡਰਡ ਫਾਊਂਟ ਹੈ, ਜਿਸ ਕਰਕੇ ਸਾਨੂੰ ਇਹ ਨਜ਼ਰ ਨਹੀਂ ਆ ਰਿਹਾ। ਸੋ ਇਹਨੂੰ ਇੱਥੋਂ ਕਾਪੀ ਕਰ ਲੈਣਾ। ਕਾਪੀ ਕਰਨ ਤੋਂ ਬਾਅਦ ਮੈਂ ਸਕਰੀਨ ਚੇਂਜ ਕਰਕੇ ਅੱਖਰ ਦੇ ਵਿੱਚ ਜਾਣਾ। ਅੱਖਰ ਦੇ ਵਿੱਚ ਜਾ ਕੇ ਮੈਂ ਪੇਸਟ ਕਰਾਂਗਾ। ਇੱਥੇ ਜਾ ਕੇ ਮੈਂ ਪੇਸਟ ਕੀਤਾ। ਜਦੋਂ ਪੇਸਟ ਕਮਾਂਡ ਰਾਈਟ ਕਲਿੱਕ ਕਰਕੇ ਲਈ ਤਾਂ ਤੁਹਾਡੇ ਕੋਲ ਦੋ ਆਪਸ਼ਨ ਆਣਗੀਆਂ, ਫਾਰਮੈਟਿੰਗ ਟੈਕਸਟ ਤੇ ਅਨਫਾਰਮੈਟਿੰਗ ਟੈਕਸਟ। ਮਤਲਬ ਇਹ ਹੈ ਕਿ ਜੇ ਤੁਸੀਂ MS ਵਰਡ ਦੇ ਵਿੱਚ ਟਾਈਪ ਕਰਨ ਲੱਗਿਆ ਕਿਤੇ ਬੋਲਡ ਕੀਤਾ ਸੀ, ਕਿਤੇ ਅੰਡਰਲਾਈਨ ਕੀਤਾ ਸੀ, ਯਾਨੀ ਕਿ ਫਾਰਮੈਟ ਕੀਤਾ ਹੋਇਆ ਸੀ, ਤਾਂ ਤੁਸੀਂ ਉਹ ਫਾਰਮੈਟ ਟੈਕਸਟ ਜਿਹੜਾ ਐਜ਼ ਇਟ ਇਜ਼ ਇੱਥੇ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਪਹਿਲੀ ਆਪਸ਼ਨ ਲਓਗੇ, ਨਹੀਂ ਤਾਂ ਦੂਸਰੀ ਆਪਸ਼ਨ ਲਓਗੇ। ਫਿਲਹਾਲ ਮੈਂ ਦੂਸਰੀ ਆਪਸ਼ਨ ਲੈ ਕੇ ਇੱਥੇ ਮੈਟਰ ਮੇਰੇ ਕੋਲ ਉਸੇ ਤਰ੍ਹਾਂ ਹੀ ਇੱਥੇ ਪਹੁੰਚ ਗਿਆ। ਤੁਸੀਂ ਦੇਖ ਰਹੇ ਹੋ ਕਿ ਇਹ ਕਿਸੇ ਭਾਸ਼ਾ ਵਿੱਚ ਲਿਖਿਆ ਹੋਇਆ, ਕਿਸ ਫੌਂਟ ਵਿੱਚ ਲਿਖਿਆ ਹੋਇਆ, ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ। ਸੋ ਉਹਦੇ ਲਈ ਅੱਖਰ ਦੇ ਵਿੱਚ ਅਸੀਂ ਲੈਂਗੁਏਜ ਟੂਲ ਦੇ ਉੱਤੇ ਜਾਣਾ ਹੈ ਔਰ ਕਨਵਰਟ ਟੂ ਯੂਨੀਕੋਡ ਦੇ ਉੱਤੇ ਜਦੋਂ ਕਲਿੱਕ ਕਰਾਂਗੇ ਤਾਂ ਇਹ ਜਿਹੜਾ ਫੌਂਟ ਕਨਵਰਟਰ ਸੌਫਟਵੇਅਰ ਅੱਖਰ ਦੇ ਵਿੱਚ ਹੈ, ਇੰਨਾ ਕੁ ਇੰਟੈਲੀਜੈਂਟ ਹੈ ਕਿ ਇਹ ਉਹਦੀ ਭਾਸ਼ਾ ਵੀ ਦੱਸ ਦੇਗਾ ਔਰ ਫੌਂਟ ਵੀ ਦੱਸ ਦੇਗਾ। ਲੋ ਦੱਸੋ, ਮੈਂ ਇਹਦੇ ਤੇ ਕਲਿੱਕ ਕਰਦਾ ਔਰ ਪ੍ਰੋਸੈਸਿੰਗ ਸ਼ੁਰੂ ਹੋਈ, ਸੈਂਪਲ ਟੈਸਟ ਹੋਣਾ ਸ਼ੁਰੂ ਹੋ ਗਿਆ ਔਰ ਇੱਕ ਡਾਇਲੌਗ ਬਾਕਸ ਦੇ ਵਿੱਚ ਉਸਨੇ ਦੱਸਿਆ ਕਿ ਲੈਂਗੁਏਜ ਪੰਜਾਬੀ ਹੈ ਔਰ ਫੌਂਟ ਅੰਮ੍ਰਿਤ ਲਿਪੀ ਹੈ। ਔਰ ਇਹ ਚੀਜ਼ਾਂ ਤੁਹਾਨੂੰ ਜੇ ਹਿੰਦੀ ਦਾ ਮੈਟਰ ਕਰੂਤੀ ਦੇਵ ਦੇ ਵਿੱਚ ਮੰਨ ਲਓ ਤੁਹਾਡੇ ਕੋਲ ਆ ਜਾਂਦਾ ਹੈ ਤਾਂ ਉਹ ਵੀ ਅੰਗਰੇਜ਼ੀ ਦੇ ਵਿੱਚ ਇਸ ਤਰ੍ਹਾਂ ਹੀ ਨਜ਼ਰ ਆਏਗਾ, ਪਰ ਇੱਥੇ ਸਾਡਾ ਫੌਂਟ ਕਨਵਰਟਰ ਉਹਨੂੰ ਪਛਾਣ ਲਏਗਾ ਕਿ ਇਹਦੀ ਭਾਸ਼ਾ ਕਿਹੜੀ ਹੈ। ਸੋ ਮੈਂ ਕਨਵਰਟ ਦੇ ਉੱਤੇ ਕਲਿੱਕ ਕਰਾਂਗਾ, ਸਾਡਾ ਮੈਟਰ ਜਿਹੜਾ ਹੈ ਉਹ ਕਨਵਰਟ ਹੋ ਗਿਆ। ਔਰ ਯਾਦ ਕਰਨਾ ਹੈ ਕਿ ਜਦੋਂ ਮੈਂ ਅਨਮੋਲ ਲਿਪੀ ਦੇ ਵਿੱਚ MS ਵਰਡ ਵਿੱਚ ਟਾਈਪ ਕੀਤਾ ਸੀ, ਜਾਣ ਬੁੱਝ ਕੇ ਕੁਝ ਲਗਾ ਮਾਤਰਾਵਾਂ ਦੇ ਵਿੱਚ ਮੈਂ ਗਲਤੀਆਂ ਕੀਤੀਆਂ ਸੀਗੀਆਂ। ਸੋ ਉਹਨਾਂ ਗਲਤੀਆਂ ਕਰਕੇ ਕਿਧਰੇ ਕਿਧਰੇ ਤੁਹਾਨੂੰ ਇਹ ਗੋਲ ਦਾਇਰੇ ਜਿਹੇ ਨਜ਼ਰ ਆ ਰਹੇ ਨੇ, ਜਿਹਨੂੰ ਅਸੀਂ ਹਲੰਤ ਕਹਿੰਦੇ ਆ। ਔਰ ਕਈ ਜਿਹੜੇ ਸਪੈਲਿੰਗ ਦੀਆਂ ਮਿਸਟੇਕਸ ਵੀ ਜਿਹੜੀਆਂ ਮੈਂ ਜਾਣ ਬੁੱਝ ਕੇ ਕੀਤੀਆਂ ਸੀ, ਉਹ ਵੀ ਇੱਥੇ ਤੁਹਾਨੂੰ ਨਜ਼ਰ ਆ ਰਹੀਆਂ ਨੇ। ਸੋ ਇਸ ਕਰਕੇ ਚਿੰਤਾ ਨਹੀਂ ਕਰਨੀ, ਕਿਉਂਕਿ ਮੈਂ ਜਦੋਂ ਇਨਪੁੱਟ ਦੇ ਵਿੱਚ ਵੀ ਇਹ ਜਾਣ ਬੁੱਝ ਕੇ ਗਲਤੀਆਂ ਕੀਤੀਆਂ ਸੀ। ਸੋ ਅਗਲੀ ਸਾਡੇ ਕੋਲ ਦਿੱਕਤ ਜਿਹੜੀ ਇਹ ਆ ਗਈ ਕਿ ਸਪੈਲਿੰਗ ਦੀਆਂ ਬਹੁਤ ਸਾਰੀਆਂ ਮਿਸਟੇਕਸ ਨੇ, ਇਹਨਾਂ ਨੂੰ ਕਿਵੇਂ ਠੀਕ ਕਰਨਾ ਹੈ। ਉਹਦੇ ਲਈ ਤੁਸੀਂ ਫੌਂਟ ਕਨਵਰਟਰ ਦੇ ਨਾਲ ਵਾਲੀ ਆਪਸ਼ਨ ਸਪੈਲ ਚੈੱਕਰ ਲੈਣੀ ਹੈ। ਸਪੈਲ ਚੈੱਕਰ ਵਰਤਣ ਦੇ ਲਈ F7 ਦਾ ਇਸਤੇਮਾਲ ਵੀ ਕਰ ਸਕਦੇ ਹੋ। ਫੌਂਟ ਕਨਵਰਟ ਕਰਨ ਲਈ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ ਕਿ F8 ਦਾ ਇਸਤੇਮਾਲ ਵੀ ਕਰ ਸਕਦੇ ਹੋ। ਲੋ ਦੋਸਤੋ, ਅਸੀਂ ਸਪੈਲ ਚੈੱਕਰ ਦੇ ਉੱਤੇ ਕਲਿੱਕ ਕਰਦੇ ਹਾਂ। ਇੱਕ ਇੱਕ ਸ਼ਬਦ ਸਪੈਲ ਚੈੱਕ ਹੋਣ ਦੇ ਲਈ ਜਾਏਗਾ, ਡਿਕਸ਼ਨਰੀ ਦੇ ਨਾਲ ਮੈਚ ਹੋਏਗਾ। ਇੱਥੇ ਇੱਕ ਡਾਇਲੌਗ ਬਾਕਸ ਖੁੱਲੇਗਾ ਜਿੱਥੋਂ ਸਾਨੂੰ ਇਹ ਪਤਾ ਲੱਗੂਗਾ ਕਿ ਇਸ ਸ਼ਬਦ ਦੇ ਬਦਲੇ ਕਿਹੜਾ ਸ਼ਬਦ ਸਾਨੂੰ ਇਹ ਸੌਫਟਵੇਅਰ ਜਿਹੜਾ ਹੈ ਉਹ ਸੁਜੈਸਟ ਕਰ ਰਿਹਾ। ਦੇਖੋ, ਪੰਜਾਬੀ ਸ਼ਬਦ ਅਸੀਂ ਗਲਤ ਲਿਖਿਆ ਸੀ ਕਿਉਂਕਿ ਜੱਜੇ ਨੂੰ ਕੰਨਾ ਨਹੀਂ ਪਾਇਆ ਔਰ ਇਸਨੇ ਸੁਜੈਸਟ ਕਰ ਦਿੱਤਾ ਪੰਜਾਬੀ ਇਹ ਗ੍ਰੀਨ ਸ਼ਬਦਾਂ ਦੇ ਵਿੱਚ, ਜਿਹੜੇ ਗ੍ਰੀਨ ਕਲਰ ਦੇ ਵਿੱਚ ਹੈ। ਤੋ ਇੱਥੇ ਚੇਂਜ ਦੇ ਉੱਤੇ ਕਲਿੱਕ ਕੀਤਾ, ਪੰਜਾਬੀ ਸ਼ਬਦ ਠੀਕ ਹੋ ਗਿਆ। ਇਸੇ ਤਰ੍ਹਾਂ ਮਾਤ ਭਾਸ਼ਾ ਨੂੰ ਮਾਤ ਭਾਸ਼ਾ ਲਿਖਣਾ ਚਾਹੀਦਾ ਸੀ, ਇੱਥੇ ਵੀ ਚੇਂਜ ਕਰਤਾ। ਕੰਪਿਊਟਰ ਸ਼ਬਦ ਵੀ ਉਸਨੇ ਠੀਕ ਕਰਨ ਲਈ ਕਿਹਾ ਤੇ ਚੇਂਜ ਤੇ ਕਲਿੱਕ ਕਰਤਾ। ਇੱਥੇ ਸ਼ਬਦ ਹਾਂ ਸੀਗਾ, ਅਸੀਂ ਬਿੰਦੀ ਲਾਣਾ ਭੁੱਲ ਗਏ ਸੀ, ਚੇਂਜ ਕਰ ਦਿੱਤਾ। ਮਿਲਣੀ ਦੇ ਵਿੱਚ ਅਸੀਂ ਕੰਨਾ ਵੀ ਲਗਾਇਆ ਹੋਇਆ, ਬਿਹਾਰੀ ਅਸਿਆਰੀ ਵੀ ਲਗਾਈ ਹੋਈ, ਸੋ ਇੱਥੇ ਵੀ ਅਸੀਂ ਚੇਂਜ ਕਰਕੇ ਇਹਨੂੰ ਅਸੀਂ ਪੂਰੇ ਸਪੈਲਿੰਗ ਜਿਹੜੇ ਨੇ ਉਹ ਠੀਕ ਕਰ ਲਿਆ ਪੂਰੇ ਡਾਕੂਮੈਂਟ ਦੇ। ਇੱਥੇ ਕਿਤੇ ਇੱਕ ਗਲਤੀ ਸਾਡੇ ਕੋਲ ਹਾਂ ਵਾਲੀ ਰਹਿ ਗਈ, ਸ਼ਾਇਦ ਇੱਥੇ ਅਸੀਂ ਜਿਹੜਾ ਉਹਨੂੰ ਟਾਈਪ ਕਰਨ ਲੱਗਿਆ, ਆਪਸ਼ਨ ਸਿਲੈਕਟ ਕਰਨ ਲੱਗਿਆ, ਕਿਤੇ ਅਸੀਂ ਗਲਤੀ ਕਰ ਗਏ। ਸੋ ਇੱਥੇ ਮੈਂ ਮੈਨੂਅਲੀ ਕਰ ਸਕਦਾ। ਸੋ ਅੱਖਰ ਦੇ ਵਿੱਚ ਜਿਹੜਾ ਸਪੈਲ ਚੈੱਕਰ ਹੈ ਵੈਸੇ ਤਾਂ ਬਹੁਤ ਜ਼ਿਆਦਾ ਪਾਵਰਫੁਲ ਹੈ, ਪਰ ਕਈ ਸ਼ਬਦ ਜਿਹੜੇ ਅਨਨੋਨ ਹੋਣਗੇ, ਜਿਹੜੇ ਅੱਖਰ ਦੀ ਡਿਕਸ਼ਨਰੀ ਦੇ ਵਿੱਚ ਨਹੀਂ ਹੋਣਗੇ, ਉਹ ਸ਼ਬਦ ਜਿਹੜੇ ਨੇ ਇਹ ਛੱਡ ਸਕਦਾ ਹੈ। ਉਸ ਕਰਕੇ ਸਪੈਲ ਚੈੱਕਰ ਬੰਦੇ ਦਾ ਬਦਲ ਨਹੀਂ, ਪਰ ਇਹਨੂੰ ਇਸਤੇਮਾਲ ਕਰੋਗੇ ਤਾਂ ਬਹੁਤ ਸਾਰੇ ਸਮੇਂ ਦੀ ਸਾਡੀ ਬਚਤ ਹੋਏਗੀ। ਸੋ ਇਹ ਸੀਗਾ ਸਾਡੇ ਕੋਲੇ ਸਪੈਲ ਚੈੱਕਰ। ਸਪੈਲ ਚੈੱਕਰ ਤੋਂ ਬਾਅਦ ਸਾਡੇ ਕੋਲ ਗ੍ਰਾਮਰ ਚੈੱਕਰ ਹੈ। ਗ੍ਰਾਮਰ ਚੈੱਕਰ ਤੁਹਾਨੂੰ ਮੈਂ ਦੱਸਿਆ ਹੈ ਕਿ ਮੁੱਢਲੇ ਪੜਾਅ ਤੇ ਹੈ। ਇਹ ਇੱਕ ਤਰ੍ਹਾਂ ਦਾ ਬੀਟਾ ਵਰਜ਼ਨ ਹੈ, ਜਿਹੜਾ ਕਿ ਅਜਮਾਇਸ਼ੀ ਸੰਸਕਰਨ ਹੈ। ਸਿਰਫ ਸਧਾਰਨ ਵਾਕਾਂ ਨੂੰ ਇਹ ਚੰਗੀ ਤਰ੍ਹਾਂ ਪਛਾਣ ਕੇ ਠੀਕ ਕਰ ਸਕਦਾ ਹੈ, ਪਰ ਗੁੰਝਲਦਾਰ ਤੇ ਸੰਯੁਕਤ ਵਾਕਾਂ ਦੇ ਲਈ ਇਹ ਕਈ ਵਾਕਾਂ ਦੇ ਵਿੱਚ ਅਜੇ ਗਲਤੀਆਂ ਛੱਡ ਦਿੰਦਾ ਹੈ। ਅੱਗੇ ਇੱਕ ਸਾਡੇ ਕੋਲ ਮਸਲਾ ਇਹ ਆਉਂਦਾ ਹੈ ਕਿ ਬਹੁਤ ਸਾਰੇ ਪੱਤਰਕਾਰ ਲੇਖਕ ਜਿਹੜੇ ਨੇ
ਉਹ ਮੰਗ ਕਰਦੇ ਨੇ ਕਿ ਸਾਡੇ ਅਖਬਾਰ ਵਾਲੇ ਜਾਂ ਕਿਤਾਬਾਂ ਵਾਲੇ ਸਾਡੇ ਤੋਂ ਸਤਲੁਜ ਫਾਊਂਟ ਦੀ ਮੰਗ ਕਰਦੇ ਨੇ। ਸੋ ਇਹ तमाम ਸੁਵਿਧਾਵਾਂ ਅਸੀਂ ਬੰਦ ਕਰ ਦਿੱਤੀਆਂ ਸੀ, ਪਰ ਬਹੁਤ ਵੱਡੀ ਮੰਗ ਜਿਹੜੀ ਹੈ ਮੀਡੀਆ ਪਰਸਨ ਦੇ ਵੱਲੋਂ ਆਈ, ਤੋਂ ਡਾਕਟਰ ਲਹਿਲ ਹੋਰਾਂ ਦੀ ਟੀਮ ਨੇ ਇਹਦੇ ਵਿੱਚ ਇੱਕ ਆਪਸ਼ਨ ਪਾ ਦਿੱਤੀ ਹੈ ਕਿ ਤੁਸੀਂ ਯੂਨੀਕੋਡ ਵਾਲੇ ਮੈਟਰ ਨੂੰ ਦੁਬਾਰਾ ਵਾਪਿਸ ਜਿਹੜਾ ਹੈ ਉਹ ਪੁਰਾਣੇ ਫਾਉਂਟਾਂ ਦੇ ਵਿੱਚ ਵੀ ਬਦਲ ਸਕਦੇ ਹੋ। ਸੋ ਉਹਦੇ ਲਈ ਤੁਸੀਂ ਧਿਆਨ ਰੱਖਣਾ ਹੈ ਕਿ ਕਿਹੜੇ ਰਸਤੇ ਰਾਹੀਂ ਜਾਣਾ ਹੈ। ਜਿਵੇਂ ਮੰਨ ਲਓ ਇਹ 3 ਲਾਈਨਾਂ ਯੂਨੀਕੋਡ ਵਿੱਚ ਟਾਈਪ ਕੀਤੀਆਂ ਹੋਈਆਂ ਨੇ, ਸਪੈਲ ਚੈੱਕ ਵੀ ਕਰ ਲਿਆ ਅਸੀਂ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਅਸੀਂ ਇਸ ਨੂੰ ਦੁਬਾਰਾ ਸਤਲੁਜ ਵਿੱਚ ਬਦਲ ਕੇ ਕਿਸੇ ਅਖਬਾਰ ਨੂੰ ਭੇਜਣਾ ਚਾਹੁੰਦੇ ਆ, ਤਾਂ ਸਾਡੇ ਕੋਲ ਇੱਥੇ ਫਾਈਲ ਦੇ ਵਿੱਚ ਜਾ ਕੇ ਇੱਕ ਆਪਸ਼ਨ ਹੈ ਐਕਸਪੋਰਟ। ਫਾਈਲ ਦੇ ਵਿੱਚ ਜਾ ਕੇ ਐਕਸਪੋਰਟ, ਸੋ ਐਕਸਪੋਰਟ ਆਪਸ਼ਨ ਅਸੀਂ ਲਵਾਂਗੇ ਔਰ ਇੱਕ ਡਾਇਲੋਗ ਬਾਕਸ ਸਾਡੇ ਸਾਹਮਣੇ ਆਏਗਾ। ਇੱਥੋਂ ਅਸੀਂ ਫੌਂਟ ਚੁਣਨਾ ਹੈ ਕਿ ਕਿਹੜੇ ਫੌਂਟ ਦੇ ਵਿੱਚ ਆਉਟਪੁੱਟ ਚਾਹੀਦੀ ਹੈ। ਮੰਨ ਲਓ ਤੁਸੀਂ ਸਤਲੁਜ ਅਖਬਾਰ ਵਾਸਤੇ ਭੇਜਣਾ ਹੈ, ਸਤਲੁਜ ਦੇ ਉੱਤੇ ਕਲਿੱਕ ਕਰਦੇ ਹੋ ਤੇ ਜਦੋਂ ਓਕੇ ਕਰਦੇ ਹੋ ਤਾਂ ਇਹਦੀ ਫਾਈਲ, ਕਿਉਂਕਿ ਬਾਹਰ ਬਣਨੀ ਐਕਸਟਰਨਲ ਫਾਈਲ ਹੈ, ਪੁਰਾਣੇ ਫੌਂਟਾਂ ਨੂੰ ਅੱਖਰ ਦੇ ਅੰਦਰ ਕੋਈ ਥਾਂ ਨਹੀਂ ਦਿੱਤੀ ਗਈ, ਇਹਦੀ ਫਾਈਲ ਬਾਹਰ ਬਣੇਗੀ। ਬਾਹਰ ਕਿੱਥੇ ਬਣਾਉਣੀ ਹੈ? ਡੈਸਕਟਾਪ ਤੇ ਬਣਾਉਣੀ ਹੈ, ਤਾਂ ਡੈਸਕਟਾਪ ਦੀ ਥਾਂ ਦੱਸ ਕੇ, ਲੋਕੇਸ਼ਨ ਦੱਸ ਕੇ ਇੱਥੇ ਤੁਸੀਂ ਫਾਈਲ ਦਾ ਨਾਮ ਟਾਈਪ ਕਰ ਦੇਣਾ। ਜਿਵੇਂ ਸਤਲੁਜ ਮੈਂ ਟਾਈਪ ਕਰ ਦੇਣਾ, ਤਾਂ ਸਤਲੁਜ ਨਾਂ ਦੀ ਜਿਹੜੀ ਹੈ ਫਾਈਲ ਹੈ ਉਹ ਬਾਹਰ ਸਾਡੇ ਕੋਲ ਡੈਸਕਟਾਪ ਦੇ ਉੱਤੇ ਬਣ ਜਾਏਗੀ। ਮੈਂ ਸੇਵ ਕੀਤਾ ਤੇ ਇੱਥੇ ਸਾਡੇ ਕੋਲ ਆ ਗਿਆ ਕਿ ਪ੍ਰੋਸੈਸਿੰਗ ਪੂਰੀ ਹੋ ਗਈ, ਫੌਂਟ ਕਨਵਰਟ ਜਿਹੜਾ ਹੈ ਉਹ ਹੋ ਗਿਆ। ਸੋ ਇਸ ਤਰੀਕੇ ਦੇ ਨਾਲ ਤੁਸੀਂ ਫਾਈਲ ਨੂੰ ਐਕਸਪੋਰਟ ਕਰਕੇ ਪੁਰਾਣੇ ਫੌਂਟਾਂ ਦੇ ਵਿੱਚ ਜਾ ਸਕਦੇ ਹੋ। ਸੋ ਇਹ ਸਾਡੇ ਕੋਲ ਮੈਸੇਜ ਆ ਗਿਆ। ਸੋ ਅੱਖਰ ਦੇ ਵਿੱਚ ਆਪਾਂ ਦੇਖ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਪੁਰਾਣੇ ਫੌਂਟਾਂ ਨੂੰ ਯੂਨੀਕੋਡ ਦੇ ਵਿੱਚ ਤਾਂ ਬਦਲ ਹੀ ਸਕਦੇ ਆ, ਪਰ ਜਿਹੜੇ ਯੂਨੀਕੋਡ ਵਾਲੇ ਫੌਂਟ ਨੇ ਉਹਨਾਂ ਨੂੰ ਵੀ ਵਾਪਸ ਸਜਾ ਕੇ ਬਦਲ ਸਕਦੇ ਆ। ਪਰ ਇਹ ਹਾਲਾਂਕਿ ਸਹੀ ਨਹੀਂ ਹੈ, ਕਿਉਂਕਿ ਅਸੀਂ ਯੂਨੀਕੋਡ ਫੌਂਟ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ, ਉਹਦੀ ਵਰਤੋਂ ਕਰਨੀ ਹੈ, ਪਰ ਅਜੇ ਵੀ ਸਾਡੇ ਕੋਲ ਜਿਹੜੀ ਪ੍ਰਿੰਟ ਸਨਅਤ ਹੈ ਉਹ ਪੁਰਾਣੇ ਫੌਂਟਾਂ 'ਤੇ ਬੈਠੀ ਹੈ। ਸੋ ਮਜਬੂਰੀ ਹੈ ਸਾਡੀ ਕਿ ਉਹਨਾਂ ਨੂੰ ਉਸ ਫੌਂਟ ਦੇ ਵਿੱਚ ਵੀ ਕਨਵਰਟ ਕਰਕੇ ਦੇਣਾ ਪੈ ਰਿਹਾ ਹੈ। ਪਰ ਇਹਦੇ ਲਈ ਸਾਨੂੰ ਜਾਗਰੂਕ ਕਰਨਾ ਚਾਹੀਦਾ ਹੈ ਵੱਧ ਤੋਂ ਵੱਧ ਪਬਲਿਸ਼ਰਸ ਨੂੰ ਕਿ ਉਹ ਪ੍ਰਿੰਟਿੰਗ ਦਾ ਕੰਮ ਜਿਹੜਾ ਹੈ ਉਹ ਆਪਣਾ ਯੂਨੀਕੋਡ ਫੌਂਟਾਂ ਦੇ ਵਿੱਚ ਹੀ ਕਰਨ। ਸੋ ਅਗਲੀ ਆਪਸ਼ਨ ਸਾਡੇ ਕੋਲ ਹੈ ਟਰਾਂਸਲਿਟਰੇਸ਼ਨ। ਟਰਾਂਸਲਿਟਰੇਸ਼ਨ ਮਤਲਬ ਇੱਕ ਲਿਪੀ ਨੂੰ ਦੂਜੀ ਲਿਪੀ ਦੇ ਵਿੱਚ ਬਦਲਣਾ, ਕਿ ਜੇ ਤੁਸੀਂ ਗੁਰਮੁਖੀ ਨੂੰ ਦੇਵਨਾਗਰੀ ਦੇ ਵਿੱਚ, ਦੇਵਨਾਗਰੀ ਨੂੰ ਗੁਰਮੁਖੀ ਦੇ ਵਿੱਚ, ਗੁਰਮੁਖੀ ਨੂੰ ਰੋਮਨ ਦੇ ਵਿੱਚ, ਗੁਰਮੁਖੀ ਨੂੰ ਸ਼ਾਹਮੁਖੀ ਦੇ ਵਿੱਚ ਜਾਂ ਸ਼ਾਹਮੁਖੀ ਨੂੰ ਗੁਰਮੁਖੀ ਦੇ ਵਿੱਚ, ਇਹਨਾਂ 11 ਲਿਪੀ ਜੋੜਿਆਂ ਨੂੰ ਆਪਸ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਅੱਖਰ ਦੀ ਵਰਤੋਂ ਤੁਸੀਂ ਕਰ ਸਕਦੇ ਹੋ। ਸੋ ਦੋਸਤੋ ਇੱਥੇ ਤੁਸੀਂ ਦੇਖ ਰਹੇ ਹੋ ਕਿ ਮੇਰੇ ਕੋਲ ਮੰਨ ਲਓ ਇਹ ਪਹਿਲੀ ਲਾਈਨ ਹੈ, ਪਹਿਲੀ ਲਾਈਨ ਨੂੰ ਮੈਂ ਬਦਲਣਾ ਚਾਹੁੰਦਾ ਦੇਵਨਾਗਰੀ ਦੇ ਵਿੱਚ, ਤਾਂ ਮੈਂ ਟਰਾਂਸਲਿਟਰੇਸ਼ਨ ਦੇ ਉੱਤੇ ਗਿਆ ਔਰ ਇੱਥੇ ਮੈਂ ਗੁਰਮੁਖੀ ਟੂ ਦੇਵਨਾਗਰੀ ਵਾਲੀ ਆਪਸ਼ਨ ਲਈ, ਗੁਰਮੁਖੀ ਟੂ ਦੇਵਨਾਗਰੀ ਜਿਹੜੀ ਕਿ ਸੈਕਿੰਡ ਆਪਸ਼ਨ ਹੈ, ਕਲਿੱਕ ਕੀਤਾ। ਕੁਝ ਵਕਤ ਬਾਅਦ ਸਾਨੂੰ ਇਹਦੀ ਆਉਟਪੁੱਟ ਦੇਵਨਾਗਰੀ ਲਿਪੀ ਦੇ ਵਿੱਚ ਮਿਲੇਗੀ। ਇਹ ਪੂਰੀ ਪੰਕਤੀ ਜਿਹੜੀ ਹੈ ਉਹ ਦੇਵਨਾਗਰੀ ਦੇ ਵਿੱਚ ਕਨਵਰਟ ਹੋ ਜਾਏਗੀ। ਸੋ ਤੁਸੀਂ ਦੇਖ ਰਹੇ ਹੋ ਕਿ ਇਹ ਥੋੜਾ ਜਿਹਾ ਸਮਾਂ ਸ਼ੁਰੂਆਤ ਦੇ ਵਿੱਚ ਲੈਂਦਾ ਹੈ, ਪਰ ਜੇ ਡਾਕੂਮੈਂਟ ਲੰਬਾ ਹੋਵੇ ਤਾਂ ਬਹੁਤ ਜਲਦੀ ਕਰ ਦਿੰਦਾ। ਦੇਖੋ ਇੱਧਰ ਪੰਜਾਬੀ ਮੇਰੀ ਮਾਤ ਭਾਸ਼ਾ ਹੈ, ਸੋ ਭਾਸ਼ਾ ਪੰਜਾਬੀ ਰਹੀ ਹੈ ਪਰ ਲਿਪੀ ਜਿਹੜੀ ਹੈ ਉਹ ਦੇਵਨਾਗਰੀ ਹੋ ਗਈ। ਇਸੇ ਤਰ੍ਹਾਂ ਤੁਸੀਂ ਕੋਈ ਵੀ ਹੋਰ ਲਿਪੀ ਦੇ ਵਿੱਚ ਵੀ ਇਹਨੂੰ ਬਦਲ ਸਕਦੇ ਹੋ। ਮੰਨ ਲਓ ਮੈਂ ਕੰਪਿਊਟਰ ਵਰਕਸ਼ਾਪ ਲਾ ਰਿਹਾ, ਸੋ ਮੈਂ ਇਹਨੂੰ ਰੋਮਨ ਦੇ ਵਿੱਚ ਬਦਲ ਕੇ ਤੁਹਾਨੂੰ ਦਿਖਾਵਾਂਗਾ, ਕਿਉਂਕਿ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਅਗਲੀਆਂ ਨਵੀਆਂ ਪੀੜ੍ਹੀਆਂ ਦੇ ਬੱਚੇ ਨੇ, ਨਵੀਆਂ ਪੀੜ੍ਹੀਆਂ ਵਾਲੇ ਬੱਚੇ ਨੇ, ਉਹਨਾਂ ਨੂੰ ਪੰਜਾਬੀ ਤਾਂ ਆਉਂਦੀ ਹੈ ਪਰ ਲਿਪੀ ਜਿਹੜੀ ਹੈ ਗੁਰਮੁਖੀ ਨਹੀਂ ਆਉਂਦੀ। ਜੇ ਉਹਨਾਂ ਲਈ ਕੁਝ ਚੀਜ਼ ਤੁਸੀਂ ਭੇਜਣਾ ਚਾਹੁੰਦੇ ਹੋ ਤਾਂ ਤੁਸੀਂ ਗੁਰਮੁਖੀ ਨੂੰ ਰੋਮਨ ਦੇ ਵਿੱਚ ਕਨਵਰਟ ਕਰਕੇ ਭੇਜ ਸਕਦੇ ਹੋ। ਇੱਥੋਂ ਰੋਮਨ ਦੇ ਵਿੱਚ ਕਲਿੱਕ ਕੀਤਾ, ਇਹ ਰੋਮਨ ਦੇ ਵਿੱਚ ਬਦਲ ਗਿਆ। ਇਹ ਇੰਟਰਨੈਸ਼ਨਲ ਫੋਨੈਟਿਕ ਸਿੰਬਲ ਨੇ ਜਿਹੜੇ ਤੁਸੀਂ ਉੱਪਰ ਥੱਲੇ ਬਿੰਦੀਆਂ ਡੰਡੇ ਦੇਖ ਰਹੇ ਹੋ। ਸੋ ਇਹਦਾ ਗਿਆਨ ਸਾਨੂੰ ਹੋਣਾ ਚਾਹੀਦਾ ਹੈ। ਅੱਗੇ ਸਾਡੇ ਕੋਲ ਟਰਾਂਸਲੇਸ਼ਨ ਦੀ ਸੁਵਿਧਾ ਹੈ। ਲੋ ਦੋਸਤੋ ਇੱਥੇ ਮੈਂ ਦੁਬਾਰਾ ਪੰਜਾਬੀ ਦੀ ਪੰਕਤੀ ਟਾਈਪ ਕਰ ਦਿੰਦਾ। ਸੋ ਇਸ ਪੰਕਤੀ ਨੂੰ ਟਰਾਂਸਲੇਸ਼ਨ ਵਾਲੀ ਆਪਸ਼ਨ ਦੇ ਰਾਹੀਂ ਪੰਜਾਬੀ ਨੂੰ ਹਿੰਦੀ ਵਿੱਚ ਬਦਲਣਾ ਹੈ। ਸਾਡੇ ਕੋਲ 4 ਭਾਸ਼ਾਵਾਂ ਨੇ ਜਿਨ੍ਹਾਂ ਨੂੰ ਆਪਸ ਵਿੱਚ ਬਦਲ ਸਕਦੇ ਹਾਂ। ਪੰਜਾਬੀ ਨੂੰ ਹਿੰਦੀ ਦੇ ਵਿੱਚ, ਹਿੰਦੀ ਨੂੰ ਪੰਜਾਬੀ, ਉਰਦੂ ਤੋਂ ਪੰਜਾਬੀ ਔਰ ਪੰਜਾਬੀ ਨੂੰ ਮਲਵਈ ਦੇ ਵਿੱਚ ਬਦਲ ਸਕਦੇ ਹਾਂ ਜਿਹੜੀ ਕਿ ਉਪ ਭਾਸ਼ਾ। ਸੋ ਮੈਂ ਇੱਥੇ ਆਪਸ਼ਨ ਲੈਣਾ ਪੰਜਾਬੀ ਤੋਂ ਹਿੰਦੀ ਦੀ।
ਸੋ ਵੇਟ ਕੀਤੀ। ਇਹ ਹੁਣ ਦੇਵਨਾਗਰੀ ਲਿਪੀ ਦੇ ਵਿੱਚ ਤਾਂ ਬਦਲੇਗਾ ਹੀ, ਨਾਲ ਇਹਦੀ ਭਾਸ਼ਾ ਵੀ ਬਦਲੇਗੀ, ਯਾਨੀ ਕਿ ਸ਼ਬਦਾਵਲੀ ਵੀ ਬਦਲੇਗੀ। ਲਓ ਤੁਸੀਂ ਦੇਖਿਆ ਕਿ ਪੰਜਾਬੀ ਮੇਰੀ ਮਾਤ ਭਾਸ਼ਾ ਹੈ, ਇਹਦੀ ਥਾਂ ਤੇ ਉਹ ਬਣ ਗਿਆ ਪੰਜਾਬੀ ਮੇਰੀ ਮਾਤਰ ਭਾਸ਼ਾ ਹੈ। ਸੋ ਕਾਫੀ ਹੱਦ ਤੱਕ ਜਿਹੜਾ ਟਰਾਂਸਲੇਸ਼ਨ ਸਾਡੇ ਲਈ ਇਹ ਫਾਇਦੇਮੰਦ ਹੋ ਸਕਦੀ ਹੈ। ਅਗਲੀ ਜਿਹੜੀ ਆਪਸ਼ਨ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਅੱਖਰ ਦੇ ਵਿੱਚ, ਉਹ ਹੈ ਨੰਬਰਸ ਟੂ ਵਰਡ। ਤੁਹਾਡੇ ਕੋਲ ਕੁਝ ਅੰਕ ਲਿਖੇ ਹੋਏ ਨੇ, ਕੁਝ ਅੰਕ ਇੱਥੇ ਮੈਂ ਟਾਈਪ ਕੀਤੇ ਨੇ। ਇਹਨਾਂ ਅੰਕਾਂ ਨੂੰ ਸ਼ਬਦਾਂ ਦੇ ਵਿੱਚ ਬਦਲਣ ਦੀ ਅਕਸਰ ਸਾਨੂੰ ਜ਼ਰੂਰਤ ਪੈਂਦੀ ਰਹਿੰਦੀ ਹੈ। ਕਦੋਂ ਜ਼ਰੂਰਤ ਪੈਂਦੀ ਹੈ? ਜਦੋਂ ਤੁਸੀਂ ਕਿਸੇ ਕਾਲਜ ਯੂਨੀਵਰਸਿਟੀ ਦੇ ਵਿੱਚ ਅਧਿਆਪਕ ਹੋ, ਤਾਂ ਕਈ ਵਾਰੀ ਵਿਦਿਆਰਥੀਆਂ ਦਾ ਜਿਹੜਾ ਡਿਟੇਲ ਮਾਰਕਸ ਹੈ, ਉਹਨਾਂ ਦੇ ਨੰਬਰਾਂ ਦੀ ਇੱਕ ਸੂਚੀ ਤਿਆਰ ਕਰ ਰਹੇ ਹੁੰਦੇ ਆ, ਤਾਂ ਮੰਗ ਕੀਤੀ ਜਾਂਦੀ ਹੈ ਕਿ ਅੰਕਾਂ ਨੂੰ ਸ਼ਬਦਾਂ ਦੇ ਵਿੱਚ ਵੀ ਲਿਖਿਆ ਜਾਵੇ। ਸੋ ਉੱਥੇ ਤੁਸੀਂ ਇਹਨਾਂ ਅੰਕਾਂ ਨੂੰ ਚਾਹੇ ਟੇਬਲ ਦੇ ਵਿੱਚ ਹੋਣ ਤਾਂ ਵੀ ਇਹ ਕਮਾਂਡ ਸਹੀ ਕੰਮ ਕਰੇਗੀ। ਤਾਂ ਇੱਥੇ ਸਾਡੇ ਕੋਲ ਟੇਬਲ ਨਹੀਂ ਹੈ, ਅਸੀਂ ਇਹਨਾਂ ਅੰਕਾਂ ਨੂੰ ਸਿਲੈਕਟ ਕੀਤਾ ਔਰ ਨੰਬਰਸ ਟੂ ਵਰਡ ਵਾਲੀ ਆਪਸ਼ਨ ਦੇ ਵਿੱਚ ਜਾ ਕੇ ਮੈਂ ਇੱਥੇ ਗੁਰਮੁਖੀ ਚੂਜ਼ ਕਰ ਲਈ, ਕਿਉਂਕਿ ਸ਼ਬਦਾਂ ਦੇ ਵਿੱਚ ਤੁਸੀਂ ਜਦੋਂ ਲਿਖਣਾ ਹੈ, ਇੰਗਲਿਸ਼ ਇੰਡੀਅਨ ਵੀ ਵਰਤ ਸਕਦੇ ਹੋ, ਇੰਗਲਿਸ਼ ਵੈਸਟਰਨ ਵੀ, ਹਿੰਦੀ ਵੀ, ਸ਼ਾਹਮੁਖੀ, ਉਰਦੂ, ਕਿਸੇ ਦੀ ਵੀ ਚੋਣ ਕਰ ਸਕਦੇ ਹੋ। ਪਰ ਫਿਲਹਾਲ ਮੈਂ ਇਹਨੂੰ ਗੁਰਮੁਖੀ ਦੇ ਵਿੱਚ ਬਦਲਣ ਦੇ ਲਈ ਕਲਿੱਕ ਕੀਤਾ। ਸੋ ਸਾਰੇ ਜਿਹੜੇ ਅੰਕ ਸੀਗੇ ਉਹ ਗੁਰਮੁਖੀ ਦੇ ਵਿੱਚ ਬਦਲੇ ਹੋਏ ਸਾਨੂੰ ਨਜ਼ਰ ਆਉਣਗੇ ਜਦੋਂ ਅਸੀਂ ਗੁਰਮੁਖੀ ਵਾਲੀ ਕਮਾਂਡ ਲਵਾਂਗੇ। ਲੋ ਦੇਖੋ 59 45 12 33 99। ਸੋ ਇਸ ਆਪਸ਼ਨ ਦੀ ਵੀ ਤੁਸੀਂ ਵਰਤੋਂ ਕਰਨੀ ਹੈ ਆਪਣੀ ਅਮਲੀ ਜ਼ਿੰਦਗੀ ਦੇ ਵਿੱਚ। ਅੱਗੇ ਸਾਡੇ ਕੋਲ ਹੈ ਆਪਟੀਕਲ ਕਰੈਕਟਰ ਰੈਕੋਗਨੀਸ਼ਨ, ਜਿਹੜੀ ਕਿ ਅੱਖਰ ਦੀ ਬੜੀ ਸ਼ਕਤੀਸ਼ਾਲੀ ਸੁਵਿਧਾ ਹੈ, ਜਿਹਦੇ ਬਾਰੇ ਮੈਂ ਦੱਸਿਆ ਸੀ ਕਿ ਫੋਟੋ ਖਿੱਚ ਕੇ ਕਿਸੇ ਵੀ ਕਿਤਾਬ ਦੀ ਤੁਸੀਂ ਉਹਨੂੰ ਟਾਈਪ ਰੂਪ ਦੇ ਵਿੱਚ ਬਦਲ ਸਕਦੇ ਹੋ। ਕੋਈ ਚਿੱਠੀ ਪੱਤਰ, ਕੋਈ ਵੀ ਅਖਬਾਰ ਦਾ ਪੇਜ ਹੈ, ਕੋਈ ਕਿਤਾਬ ਹੈ ਜਿਹਦੇ ਵਿੱਚ ਤੁਹਾਨੂੰ ਸਮੱਸਿਆ ਆ ਰਹੀ ਹੈ ਕਿ ਉਹਦੀ ਸੌਫਟ ਕਾਪੀ ਭੁੱਲ ਗਏ, ਸੋ ਉਹਨੂੰ ਤੁਸੀਂ OCR ਕਰ ਸਕਦੇ ਹੋ। ਸੋ ਉਹਦੇ ਲਈ ਤੁਸੀਂ ਗੁਰਮੁਖੀ ਇੰਗਲਿਸ਼ OCR ਆਪਸ਼ਨ ਹੈ ਸਾਡੇ ਕੋਲੇ, ਉੱਪਰ ਦੋ ਹੋਰ ਵੀ ਨੇ, ਉਰਦੂ OCR, ਇੰਗਲਿਸ਼ OCR। ਸੋ ਜਦੋਂ ਗੁਰਮੁਖੀ OCR ਦੇ ਉੱਤੇ ਕਲਿੱਕ ਕਰਾਂਗੇ ਤਾਂ 3 ਸਾਨੂੰ ਇਹ ਹਦਾਇਤਾਂ ਦੇਵੇਗਾ ਸਾਨੂੰ ਚੁਕੰਨਾ ਕਰਨ ਦੇ ਲਈ। ਪਹਿਲੀ ਹਦਾਇਤ ਹੈ ਕਿ ਜਿਹੜਾ ਡਾਕੂਮੈਂਟ, ਜਿਹੜਾ ਪੇਜ ਤੁਸੀਂ OCR ਕਰਨਾ ਚਾਹੁੰਦੇ ਹੋ, ਜਿਹਦੀ ਤੁਸੀਂ ਫੋਟੋ ਖਿੱਚੀ ਹੈ, ਜਿਹਨੂੰ ਤੁਸੀਂ ਸਕੈਨ ਕੀਤਾ ਹੈ, ਜਿਹਨੂੰ ਤੁਸੀਂ ਵਰਡ ਦੀ ਫਾਈਲ ਦੇ ਵਿੱਚ ਬਦਲਣਾ ਚਾਹੁੰਦੇ ਹੋ, ਉਹ ਸਕੈਨ ਕੀਤਾ ਹੋਣਾ ਚਾਹੀਦਾ 300 DPI ਦੇ ਉੱਤੇ, ਯਾਨੀ ਕਿ ਡਾਟ ਪਰ ਇੰਚ ਦੇ ਉੱਤੇ। ਸੋ ਉਹਦੇ ਲਈ ਤੁਹਾਡੇ ਜਿਹੜਾ ਕੰਪਿਊਟਰ ਹੈ, ਜਿਹੜਾ ਸਾਡੇ ਕੋਲ ਸਕੈਨਰ ਹੈ, ਉਹਦੇ ਵਿੱਚ ਸੈਟਿੰਗ ਤੁਹਾਨੂੰ ਕਰਨੀ ਪਏਗੀ। ਦੂਸਰਾ ਹੈ ਸਿੰਗਲ ਕਾਲਮ ਓਨਲੀ। ਤੁਸੀਂ ਦੇਖਦੇ ਹੋ ਕਿ ਅਖਬਾਰਾਂ ਦੇ ਵਿੱਚ ਕਈ ਕਾਲਮ ਹੁੰਦੇ ਨੇ, 2 ਕਾਲਮ ਦਾ ਡਾਕੂਮੈਂਟ ਇਕੱਠਾ ਤੁਸੀਂ ਨਹੀਂ ਸਕੈਨ ਕਰਨਾ, ਇੱਕ ਕਾਲਮ ਦੀ ਕਾਤਰ ਬਣਾ ਲੈਣੀ ਹੈ, ਫਿਰ ਸਕੈਨ ਕਰਨਾ ਹੈ। ਨਹੀਂ ਤਾਂ ਸਾਡਾ OCR 2 ਕਾਲਮਾਂ ਨੂੰ ਇਕੱਠਾ ਹੀ ਲਗਾਤਾਰ ਪੜ੍ਹ ਦੇਗਾ ਔਰ ਸਾਨੂੰ ਸਮੱਸਿਆ ਆ ਸਕਦੀ ਹੈ। ਔਰ ਜੇ ਤੁਹਾਡੇ ਟੈਕਸਟ ਦੇ ਵਿੱਚ, ਪਾਠ ਦੇ ਵਿੱਚ ਕੋਈ ਫੋਟੋਆਂ ਲੱਗੀਆਂ ਹੋਈਆਂ ਨੇ, ਟੇਬਲ ਲੱਗੇ ਹੋਏ ਨੇ, ਤੇ ਉਹਦੇ ਨਾਲ ਐਕੂਰੇਸੀ ਦੇ ਉੱਤੇ ਅਸਰ ਪੈਂਦਾ, ਐਕੂਰੇਸੀ ਘਟ ਸਕਦੀ ਹੈ। ਸੋ ਮੈਂ ਇਹ ਚੀਜ਼ਾਂ ਪੜ੍ਹ ਲਈਆਂ, ਓਕੇ ਕੀਤਾ ਔਰ ਇਸ ਥਾਂ ਤੇ ਜਾ ਕੇ ਐਡ ਫਾਈਲ ਦੇ ਉੱਤੇ ਜਾ ਕੇ ਕਲਿੱਕ ਕੀਤਾ। ਜਦੋਂ ਮੈਂ ਕੋਈ ਕਿਤਾਬ ਨੂੰ OCR ਕਰਨਾ ਹੈ ਤਾਂ ਉਸ ਕਿਤਾਬ ਦੇ ਇੱਕ ਪੰਨੇ ਨੂੰ ਸਕੈਨ ਕਰਕੇ ਇੱਕ ਫੋਲਡਰ ਦੇ ਵਿੱਚ ਇਕੱਠਾ ਕਰ ਲੈਣਾ ਔਰ ਉਸ ਫੋਲਡਰ ਨੂੰ ਇੱਥੋਂ ਜਦੋਂ ਚਕਾਣਾ ਹੈ OCR ਨੂੰ ਦੇਣਾ ਤੇ ਐਡ ਫੋਲਡਰ ਤੇ ਕਲਿੱਕ ਕਰਨਾ ਹੈ। ਫਿਲਹਾਲ ਮੈਂ ਐਡ ਫਾਈਲ ਦੇ ਉੱਤੇ ਕਲਿੱਕ ਕਰਦਾ। ਕੋਸ਼ਿਸ਼ ਤਾਂ ਇਹ ਕਰੋ ਕਿ ਆਪਣੇ ਸਕੈਨਰ ਦੇ ਨਾਲ ਆਪਣੀ ਮਰਜ਼ੀ ਦਾ ਡਾਕੂਮੈਂਟ ਲੈ ਕੇ 300 DPI ਦੇ ਉੱਤੇ ਉਹਨੂੰ ਤੁਸੀਂ ਸਕੈਨ ਕਰ ਲੈਣਾ। ਸੋ ਇੱਥੇ ਮੇਰੇ ਕੋਲੇ ਡਾਕੂਮੈਂਟ ਤਾਂ ਪਏ ਨੇ। ਇੱਥੇ ਮੇਰੇ ਕੋਲ ਜਿਹੜਾ ਇੱਕ ਫੋਲਡਰ ਹੈ ਗਰੁੱਪ 3 ਵਾਲਾ, ਇੱਥੇ ਮੇਰੇ ਕੋਲ OCR ਨਾਂ ਦੀ ਫਾਈਲ ਪਈ ਹੈ, 300 DPI ਪਈ ਹੈ। ਮੰਨ ਲਓ ਇਹ 300 DPI ਜਿਹੜਾ ਇਮੇਜ ਹੈ, ਇਹਨੂੰ ਮੈਂ OCR ਕਰਨਾ ਤੇ ਇਹਨੂੰ ਓਪਨ ਕਰ ਲੈਣਾ। ਓਪਨ ਕਰਨ ਤੋਂ ਬਾਅਦ ਰਨ OCR ਦੇ ਉੱਤੇ ਜਦੋਂ ਕਲਿੱਕ ਕਰੋਗੇ ਤਾਂ ਕੁਝ ਦੇਰ ਬਾਅਦ ਤੁਹਾਨੂੰ ਇਹ ਟਾਈਪ ਕੀਤੀ ਹੋਈ ਫਾਈਲ ਮਿਲ ਜਾਏਗੀ, ਜਿਹਦਾ ਸਾਨੂੰ ਬਹੁਤ ਵੱਡਾ ਲਾਭ ਹੈ। ਸੋ ਦੋਸਤੋ, ਇਹ ਮੈਂ ਨਹੀਂ ਕਰਨ ਵਾਲਾ ਕਿਉਂਕਿ ਇਹਦੇ ਨਾਲ ਸਮਾਂ ਜਿਹੜਾ ਹੈ ਬਹੁਤ ਲੱਗੂਗਾ ਤੇ ਸਾਨੂੰ ਸਮਾਂ ਜਿਹੜਾ ਸਾਡੇ ਕੋਲ ਘੱਟ ਹੈ। ਅੱਗੇ ਸਾਡੇ ਕੋਲ ਆਪਸ਼ਨ ਹੈ ਡਿਕਸ਼ਨਰੀ ਦੀ। ਤੁਸੀਂ ਅੰਗਰੇਜ਼ੀ ਡਿਕਸ਼ਨਰੀ ਵਰਤਣੀ ਹੈ ਤਾਂ ਇੱਥੇ ਕੋਈ ਵੀ ਸ਼ਬਦ ਟਾਈਪ ਕਰੋਗੇ, ਉਹਦਾ ਮੀਨਿੰਗ ਜਿਹੜਾ ਹੈ ਪੰਜਾਬੀ ਦੇ ਵਿੱਚ, ਉਹਦਾ ਅਰਥ ਤੁਹਾਨੂੰ ਇੱਥੇ ਨਜ਼ਰ ਆਏਗਾ। ਐਜ਼ ਏ ਨਾਊਨ ਤੁਸੀਂ ਡੂ ਦਾ ਅਰਥ ਵੇਖਣਾ ਚਾਹੁੰਦੇ ਹੋ, ਉਹ ਵੀ ਤੁਹਾਨੂੰ ਇੱਥੇ ਨਜ਼ਰ ਆਏਗਾ। ਸੋ ਇਸੇ ਤਰ੍ਹਾਂ
ਪੰਜਾਬੀ ਦੀ ਡਿਕਸ਼ਨਰੀ ਵੀ ਤੁਸੀਂ ਵਰਤ ਸਕਦੇ ਹੋ। ਪੰਜਾਬੀ ਦੀ ਡਿਕਸ਼ਨਰੀ ਦੇ ਵਿੱਚ ਜਿਵੇਂ ਤੁਸੀਂ ਵਰਤਿਆ ਕਲਮ, ਸੋ ਕਲਮ ਟਾਈਪ ਕੀਤਾ, ਇੱਥੇ ਤੁਹਾਡਾ ਉਹੀ ਕੀਬੋਰਡ ਚੱਲੇਗਾ ਜਿਹੜਾ ਟਾਈਪਿੰਗ ਪੈਡ ਦੇ ਵਿੱਚ ਤੁਸੀਂ ਸਿਲੈਕਟ ਕੀਤਾ ਸੀ। ਸੋ ਕਲਮ ਦੇ ਜਿਹੜੇ ਮੀਨਿੰਗ ਥੱਲੇ ਆ ਗਏ ਪੈਨ, ਰੀਡ, ਪੈਨ, ਕਟਰ। ਸੋ ਇਹ ਸੀਗੀ ਸਾਡੇ ਕੋਲ ਡਿਕਸ਼ਨਰੀ। ਇਸ ਤੋਂ ਇਲਾਵਾ ਸਾਡੇ ਕੋਲ ਇੱਕ ਬਹੁਤ ਹੀ ਪਾਵਰਫੁਲ ਜਿਹੜੀ ਆਪਸ਼ਨ ਹੈ ਉਹ ਹੈ ਡਬਲ ਕਲਿੱਕ ਸੁਵਿਧਾ। ਡਬਲ ਕਲਿੱਕ ਸੁਵਿਧਾ ਕੀ ਹੈ? ਮੰਨ ਲਵੋ ਇੱਥੇ ਤੁਹਾਡੇ ਕੋਲ ਕੁਝ ਸ਼ਬਦ ਲਿਖੇ ਨੇ, ਮੈਂ ਇੱਥੇ ਗੋਡ ਇਜ਼ ਵਨ ਲਿਖਿਆ। ਸਾਡੇ ਕੋਲ ਇੱਕ ਇਹਦੇ 'ਚ ਆਪਸ਼ਨ ਹੈ ਡਬਲ ਕਲਿੱਕ ਸੁਵਿਧਾ, ਜਿਹਦੇ ਰਾਹੀਂ ਤੁਸੀਂ ਡਬਲ ਕਲਿੱਕ ਦੇ ਰਾਹੀਂ ਵੀ ਮੀਨਿੰਗ ਵੇਖ ਸਕਦੇ ਹੋ। ਤੁਹਾਨੂੰ ਡਿਕਸ਼ਨਰੀ ਦੇ ਵਿੱਚ ਜਾਣ ਦੀ ਲੋੜ ਵੀ ਨਹੀਂ ਹੈ। ਤੁਸੀਂ ਕਲਮ ਦੇ ਉੱਤੇ ਡਬਲ ਕਲਿੱਕ ਕੀਤਾ, ਇਹਦਾ ਅਰਥ ਥੱਲੇ ਅੰਗਰੇਜ਼ੀ ਦੇ ਵਿੱਚ ਆ ਗਿਆ। ਤੁਸੀਂ ਅੰਗਰੇਜ਼ੀ ਦੇ ਵੇਲੇ ਗੋਡ ਦੇ ਉੱਤੇ ਕਲਿੱਕ ਕੀਤਾ, ਇਹਦਾ ਅਰਥ ਪੰਜਾਬੀ ਦੇ ਵਿੱਚ ਤੁਹਾਡੇ ਸਾਹਮਣੇ ਆ ਗਿਆ। ਇਸੇ ਤਰ੍ਹਾਂ ਹਿੰਦੀ ਦੇ ਕਿਸੇ ਸ਼ਬਦ ਦੇ ਉੱਤੇ ਡਬਲ ਕਲਿੱਕ ਕਰੋਗੇ, ਉਹਦਾ ਮੀਨਿੰਗ ਵੀ ਅੰਗਰੇਜ਼ੀ ਵਿੱਚ ਨਜ਼ਰ ਆਏਗਾ। ਔਰ ਜੇ ਉਰਦੂ ਵਾਲੇ ਸ਼ਬਦ ਦੇ ਉੱਤੇ ਡਬਲ ਕਲਿੱਕ ਕਰੋਗੇ, ਉਹਦਾ ਮੀਨਿੰਗ ਵੀ ਤੁਹਾਨੂੰ ਜਿਹੜਾ ਹੈ ਅੰਗਰੇਜ਼ੀ ਦੇ ਵਿੱਚ ਨਜ਼ਰ ਆਊਗਾ। ਸੋ ਉਹਦੇ ਵਿੱਚ ਤੁਹਾਨੂੰ ਕੋਈ ਸਮੱਸਿਆ ਨਹੀਂ ਹੈ। ਇਹ ਜਿਹੜੀ ਡਬਲ ਕਲਿੱਕ ਸੁਵਿਧਾ ਇਹਨੂੰ ਅਸੀਂ ਟੂਲ ਟਿਪ ਸੁਵਿਧਾ ਕਹਿੰਦੇ ਹਾਂ, ਔਰ ਇਹਦਾ ਬਹੁਤ ਵੱਡਾ ਫਾਇਦਾ ਹੈ। ਅੱਗੇ ਸਾਡੇ ਕੋਲ ਹੈ ਟੈਕਸਟ ਟੂ ਸਪੀਚ। ਇਹ ਸਿਰਫ ਅੰਗਰੇਜ਼ੀ ਭਾਸ਼ਾ ਲਈ ਹੈ। ਮੰਨ ਲਓ ਤੁਸੀਂ ਇਹ ਗੋਡ ਇਜ਼ ਵਨ ਅੰਗਰੇਜ਼ੀ ਦੀ ਇੱਕ ਲਾਈਨ ਹੈ, ਇਹ ਤੁਸੀਂ ਚਾਹੁੰਦੇ ਹੋ ਕਿ ਕੰਪਿਊਟਰ ਤੁਹਾਨੂੰ ਬੋਲ ਕੇ ਸੁਣਾਏ, ਤਾਂ ਇੱਥੇ ਕਲਿੱਕ ਕਰੋਗੇ। ਇਹ ਤੁਹਾਨੂੰ ਇੰਟਰਨੈਟ ਦੇ ਉੱਤੇ ਫ੍ਰੀ ਦੇ ਵਿੱਚ ਇਹ ਸੁਵਿਧਾ ਮਿਲ ਜਾਂਦੀ ਹੈ। ਪੰਜਾਬੀ ਦੇ ਲਈ ਇਹਦੇ ਉੱਤੇ ਅਜੇ ਕੰਮ ਹੋ ਰਿਹਾ। ਜਦੋਂ ਵੀ ਕੰਮ ਪੂਰਾ ਹੋ ਜਾਏਗਾ ਤਾਂ ਅੱਖਰ ਦਾ ਇਹ ਵੀ ਇੱਕ ਭਾਗ ਬਣ ਜਾਏਗਾ। ਸੋ ਇਹ तमाम ਸੁਵਿਧਾਵਾਂ ਸੀਗੀਆਂ ਅੱਖਰ ਦੀਆਂ।